सो वीडियो शुरू करन तो पहलां तुहानूं दस दईए कि जेकर तुसीं साडा नवां ब्लॉगिंग चैनल सबसक्राइब नहीं कीता तां उस नूं जरूर सबसक्राइब कर लिओ। उत्थे भी वधिया कंटेंट आउण वाला है जी। सत श्री अकाल जी सारिਆਂ ਨੂੰ। सो पंजाब मेड भी तुहाडा बहुत बहुत स्वागत करदे हां ते अज गल करांगे पैसा धन ते दौलत दी। सो पैसा किस नूं कहने आ, धन किस नूं कहने आ ते दौलत किस नूं कहने आ। सो बेशक कोई मन्ने जा ना, पर पैसा समुंदर दे पानी वांग है, जिन्ना पीओगे उन्नी ही इस दी प्यास वधदी जांदी है ते ये प्यास ज्यादातर लोकां दे अंदर हुंदी है पर मनदा कोई नहीं। सो असीं पैसे नूं प्यार करदे हां पर असलियत ये है कि साडे देश विच धर्म ने गरीबी नूं सलाया है, अमीरी नूं लालच ते पाप कह के माया कह के भंडिया है, इस नूं सारे झगड़ियां ते चिंतावां दा कारण दस्सिया है। पर कमाल दी गल ये है कि हरेक धर्म ने अमीरां दे हरेक तरह दे पैसे नूं उत्थे सलाया है जो धार्मिक स्थानां या धार्मिक कारजां लई वरतिया जावे। सो तुहानूं दस दईए कि धरती उत्ते जीवन नूं चलाउंदा तां सूरज है पर कमाउंदा पैसा है। जदों पैसा बोलदा तां सारे ध्यान नाल सुणदे ने। समाजिक जीवन लई पैसा ऑक्सीजन है। सो पैसा मनुख दा तीजा नेत्र है। जदों तक ये नहीं खुलदा बाकी दे नेत्र भी काम नहीं करते, क्योंकि ये सच्चाई है कि अज दी दुनिया दे विच पैसे नाल ही अजकल तुहानूं मिलदे चुलदे ने। सो जिहा क्यों है कि जिहड़ा समाज बधेरे धार्मिक है वो बधेरे गरीब है, जिहड़े बधेरे गरीब ने उही बधेरे धार्मिक क्यों ने? कि यह कोई फार्मूला तां नहीं कि लोकां नूं गरीब रखो वो धर्म नूं जिउंदा रखणगे। सो वास्तव विच धर्म ने लोभ नूं निंद के पैसे नूं हरमन प्यारा बना दिता। सो कमाल दी गल है कि असीं भारती पैसे दे लोभी भी हां ते पैसे नूं निंददे भी हां, जद कि होरां कंट्रीਆਂ ਵਿੱਚ ਇਦਾਂ नहीं ਹੁੰਦਾ। जे संसार ਵਿੱਚ पैसा ना ਹੁੰਦਾ ਤਾਂ ਕੋਈ ਸਾਂਝ ਜਾਂ ਰਿਸ਼ਤੇਦਾਰੀ ਵੀ ਨਾ ਹੁੰਦੀ। ਸੋ ਵਿਆਹ ਸਾਰੇ ਰਿਸ਼ਤਿਆਂ ਦਾ ਇੱਕ ਮੁੱਖ ਆਧਾਰ ਹੈ। ਵਿਆਹ ਨਾਲ ਇਸਤਰੀ ਨੂੰ ਪੁਰਸ਼ ਦੇ ਪੈਸੇ ਵਰਤਣ ਦਾ ਹੱਕ ਮਿਲਦਾ ਹੈ ਤੇ ਬਦਲ ਵਿੱਚ ਪੁਰਸ਼ ਨੂੰ ਘਰ ਦੇ ਸੁੱਖ ਸਾਧਨ ਮਿਲਦੇ ਨੇ। ਸੋ ਜੇਕਰ ਪੈਸੇ ਤੋਂ ਇੱਕ ਹੀ ਚੀਜ਼ ਖਰੀਦੀ ਜਾਂਦੀ ਤਾਂ ਉਹ ਚੀਜ਼ ਦਾ ਮੁੱਲ ਜ਼ਿਆਦਾ ਹੋਣਾ ਸੀ, ਨਾ ਕਿ ਪੈਸੇ ਦਾ। ਸੋ ਪੈਸੇ ਨਾਲ ਅਸੀਂ ਲੱਖਾਂ ਢੰਗਾਂ ਨਾਲ ਅਣਗਿਣਤ ਹੀ ਵਸਤਾਂ ਖਰੀਦ ਸਕਦੇ ਹਾਂ। ਸੋ ਸਾਡੇ ਖਰਚਣ ਦੇ ਢੰਗ ਅਨੇਕ ਨੇ ਪਰ ਕਮਾਉਣ ਦੇ ਢੰਗ ਇੱਕ ਦੋ ਹੀ ਹੁੰਦੇ ਨੇ। ਕੋਈ ਵੀ ਯੁੱਗ ਅਜਿਹਾ ਨਹੀਂ ਹੋਇਆ ਜਿਸ ਵਿੱਚ ਕਮਾਉਣ ਦੀਆਂ ਮੁਸ਼ਕਲਾਂ ਨਹੀਂ ਸੀ ਜਾਂ ਜਿਸ ਵੇਲੇ ਪੈਸੇ ਦੀ ਘਾਟ ਨਹੀਂ ਸੀ। ਕਮਾਉਣ ਦੀਆਂ ਮੁਸ਼ਕਲਾਂ ਹੀ ਪੈਸੇ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਨੇ। ਤੇ ਇੱਥੇ ਗੱਲ ਇਹ ਹੈ ਕਿ ਗਰੀਬੀ ਕਵਿਤਾਵਾਂ ਮੁਹਾਵਰਿਆਂ ਵਿੱਚ ਹੀ ਵੰਡਿਆਈ ਗਈ ਹੈ, ਉੱਥੇ ਹੀ ਵਧੀਆ ਲੱਗਦੀ ਹੈ, ਪਰ ਅਸਲੀ ਜੀਵਨ ਵਿੱਚ ਗਰੀਬੀ ਬਹੁਤ ਦੁੱਖ ਦਿੰਦੀ ਹੈ। ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਗਰੀਬੀ ਕਾਰਨ ਥੱਕੇ ਹੋਏ ਸਰੀਰ ਬੌਧਿਕ ਵਿਕਾਸ ਦੇ ਰਾਹ ਨਹੀਂ ਪੈਂਦੇ। ਸੋ ਇਸ ਕਰਕੇ ਹੀ ਸਾਨੂੰ ਗਰੀਬ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗਰੀਬਾਂ ਦਾ ਆਸਮਾਨ ਵੀ ਨੀਵਾਂ ਹੁੰਦਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦੇ ਪਾਣੀ ਨਾਲ ਗਰੀਬਾਂ ਦੇ ਘਰ ਵਿੱਚ ਉੱਤੋਂ ਵੀ ਪਾਣੀ ਤੇ ਥੱਲੋਂ ਵੀ ਆ ਜਾਂਦਾ ਹੈ। ਸੋ ਇਹ ਵੀ ਸੱਚਾਈ ਹੈ ਕਿ ਗਰੀਬਾਂ ਲਈ ਨਿਆਂ ਦਾ ਕੋਈ ਅਰਥ ਨਹੀਂ, ਕਿਉਂਕਿ ਨਿਆਂ ਕਦੀ ਮੁਫਤ ਨਹੀਂ ਮਿਲਦਾ। ਕਈ ਵਾਰ ਪੁਲਿਸ ਵੀ ਗਰੀਬ ਜਾਂ ਮਜ਼ਲੂਮ ਨਾਲ ਨਹੀਂ ਖੜਦੀ, ਅਮੀਰ ਜਾਂ ਮੁਜਰਮ ਨਾਲ ਮਿਲ ਜਾਂਦੀ ਹੈ। ਮਜ਼ਲੂਮ ਵਿੱਚ ਪੁਲਿਸ ਨੂੰ ਕੁਝ ਦੇਣ ਦੀ ਸਮਰੱਥਾ ਨਹੀਂ ਹੁੰਦੀ, ਮੁਜਰਮ ਕੋਲ ਹੁੰਦੀ ਹੈ। ਜਦ ਕਿ ਸਭ ਤੋਂ ਜ਼ਿਆਦਾ ਜ਼ਿੰਦਗੀ ਨੂੰ ਚਲਾਉਣ ਲਈ ਪੈਸੇ ਦੀ ਲੋੜ ਗਰੀਬਾਂ ਨੂੰ ਹੁੰਦੀ ਹੈ, ਪਰ ਉਹਨਾਂ ਕੋਲ ਪੈਸੇ ਜਾਂ ਵਸੀਲੇ ਨਹੀਂ ਹੁੰਦੇ। ਉਹਨਾਂ ਦੀ ਕਿਸੇ ਵੀ ਜਗ੍ਹਾ ਬਾਰੀ ਨਹੀਂ ਆਉਂਦੀ। ਆਪਣੇ ਦੇਸ਼ ਵਿੱਚ ਅਸੀਂ ਪੈਸੇ ਨੂੰ ਬਹੁਤ ਭੰਡ ਚੁੱਕੇ ਹਾਂ, ਪਰ ਹੁਣ ਇਸ ਦੀ ਤਾਕਤ ਨੂੰ ਸਮਝਣ ਤੇ ਸ਼ਕਤੀ ਨੂੰ ਵਰਤਣ ਦੀ ਲੋੜ ਹੈ। ਸੋ ਇਹ ਗੱਲ ਪੱਕੀ ਹੈ, ਜਿਹੜਾ ਬੰਦਾ ਪੈਸੇ ਨੂੰ ਭੰਡਦਾ ਹੈ ਪੈਸਾ ਉਸ ਕੋਲ ਨਹੀਂ ਆਉਂਦਾ, ਪੈਸਾ ਵੀ ਉਸ ਦੀ ਪਰਵਾਹ ਨਹੀਂ ਕਰਦਾ। ਜਿਹੜਾ ਬੰਦਾ ਪੈਸੇ ਦੀ ਪਰਵਾਹ ਕਰਦਾ ਹੈ ਪੈਸਾ ਵੀ ਉਸ ਦੀ ਪਰਵਾਹ ਕਰਦਾ ਹੈ। ਸੋ ਇਸੇ ਤਰ੍ਹਾਂ ਇੱਕ ਗੱਲ ਇਹ ਵੀ ਪੱਕੀ ਹੈ ਕਿ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਪਰ ਪੈਸੇ ਤੋਂ ਬਿਨਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਪੈਸਾ ਉਹ ਕਮਾਈ ਨੂੰ ਕਹਿੰਦੇ ਆ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਬਚਾਏ ਹੋਏ ਪੈਸੇ ਨੂੰ ਬੱਚਤ ਜਾਂ ਧਨ ਕਿਹਾ ਜਾਂਦਾ ਹੈ। ਪੈਸੇ ਕਮਾਉਣ ਵਾਸਤੇ ਉਨੀ ਹੀ ਮਿਹਨਤ ਕਰਨੀ ਪੈਂਦੀ ਹੈ ਜਿੰਨੀ ਬੱਚਤ ਕਰਨ ਵਾਸਤੇ ਜਾਂ ਧਨ ਜੋੜਨ ਵਾਸਤੇ ਕਰਨੀ ਪੈਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਪੈਸੇ ਬਚਾਉਣ ਵਾਲੇ ਨੂੰ ਕੰਜੂਸ ਕਿਹਾ ਜਾਂਦਾ ਸੀ, ਪਰ ਅੱਜ ਕੱਲ ਅਜੂਬਾ ਕਿਹਾ ਜਾਂਦਾ ਹੈ, ਕਿਉਂਕਿ ਜੇ ਕੋਈ ਅੱਜ ਦੇ ਸਮੇਂ ਵਿੱਚ ਪੈਸਾ ਬਚਾ ਰਿਹਾ ਹੈ ਤਾਂ ਉਹ ਅਜੂਬੇ ਤੋਂ ਘੱਟ ਨਹੀਂ ਮੰਨਿਆ ਜਾਵੇਗਾ। ਤੇ ਅੱਜ ਕੱਲ ਅਸੀਂ ਕੰਜੂਸੀ ਕਰਕੇ ਪੈਸਾ ਨਹੀਂ ਬਚਾ ਸਕਦੇ, ਬਲਕਿ ਲੋੜ ਤੋਂ ਵਧੇਰੇ ਪੈਸਾ ਕਮਾਉਣ ਦਾ ਸਾਧਨ ਬਣਾ ਕੇ ਪੈਸਾ ਬਚਾਇਆ ਜਾ ਸਕਦਾ ਹੈ। ਸੋ ਲੋੜ ਬੱਚਤ ਦੀ ਨਹੀਂ, ਬੱਚਤ ਕਰਨ ਦੀ ਆਦਤ ਦੀ ਹੈ। ਜੇ ਇੱਕ ਵਾਰ ਆਦਤ ਪੈ ਗਈ ਤਾਂ ਇੱਕ ਬਹੁਤ ਵਧੀਆ ਫੈਸਲਾ ਹੋ ਸਕਦਾ ਹੈ, ਨਹੀਂ ਤਾਂ ਕਰਜ਼ੇ ਤੇ ਕਬਜ਼ ਦੀ ਤਕਲੀਫ ਇੱਕੋ ਜਿਹੀ ਹੁੰਦੀ ਹੈ। ਸੋ ਜਿਵੇਂ ਕਿ ਬੱਚਤ ਦੀ ਗੱਲ ਕਰ ਰਹੇ ਹਾਂ, ਇਸ ਦੇ ਨਾਲ ਹੀ ਤੁਹਾਨੂੰ ਇੱਕ ਬਹੁਤ ਹੀ ਕਮਾਲ ਦੀ ਐਪ ਬਾਰੇ ਦੱਸ ਦਈਏ। ਬੇਸ਼ੱਕ ਇਹ ਇੱਕ ਮਸ਼ਹੂਰੀ ਹੀ ਆ ਪਰ ਹੈ ਬਹੁਤ ਕਮਾਲ ਦੀ। ਸੋ ਗੱਲ ਕਰ ਰਹੇ ਹਾਂ ਕੋਇਨ ਸਵਿਚ ਕੁਏਰ ਦੀ। ਵੈਸੇ ਤਾਂ ਬਹੁਤ ਸਾਰੀਆਂ ਐਪਸ ਨੇ ਪਰ ਕੋਇਨ ਸਵਿਚ ਕੁਏਰ ਇੰਡੀਆ ਦੀ ਸਭ ਤੋਂ ਟਰਸਟਡ ਤੇ ਸਿਕਿਉਰ ਐਪ ਹੈ।
ਤੇ ਸਿਰਫ 14 ਮਹੀਨਿਆਂ ਵਿੱਚ ਹੀ ਇਹ ਐਪ ਦੇ 10 ਮਿਲੀਅਨ ਯੂਜ਼ਰ ਰਜਿਸਟਰਡ ਹੋ ਚੁੱਕੇ ਨੇ ਤੇ ਇਹਨਾਂ ਦੇ ਸੇਫਟੀ ਮੇਜਰਸ ਵੀ ਬਹੁਤ ਜ਼ਿਆਦਾ ਟਾਈਟ ਨੇ। ਸਭ ਤੋਂ ਪਹਿਲਾਂ ਤੁਹਾਨੂੰ ਆਧਾਰ ਤੇ ਪੈਨ ਵੈਰੀਫਿਕੇਸ਼ਨ ਕਰਾਉਣਾ ਪਵੇਗਾ, ਜੋ ਕਿ ਸਿਰਫ 2 ਮਿੰਟਾਂ ਵਿੱਚ ਹੋ ਜਾਂਦਾ ਹੈ। ਉਸ ਤੋਂ ਬਾਅਦ ਹੀ ਤੁਸੀਂ ਇਸ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ ਤੇ ਇਨਵੈਸਟਮੈਂਟ ਕਰਨ ਲਈ ਕੋਈ ਬਹੁਤੇ ਵੱਡੇ ਫੰਡ ਦੀ ਲੋੜ ਨਹੀਂ ਹੁੰਦੀ। ਸਿਰਫ 100 ਰੁਪਏ ਤੋਂ ਤੁਸੀਂ ਇਸ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ ਤੇ ਕਰਕੇ ਜ਼ਰੂਰ ਦੇਖਿਓ। ਤੇ ਇਹ ਐਪ ਵਿੱਚ ਤੁਹਾਨੂੰ ਹਰੇਕ ਕੋਇਨ ਦੀ ਹਿਸਟਰੀ ਵੀ ਮਿਲ ਜਾਵੇਗੀ, ਜਿਸ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜਾ ਕੋਇਨ ਕਦੋਂ ਲਾਸ ਵਿੱਚ ਗਿਆ ਸੀ ਤੇ ਕਦੋਂ ਪ੍ਰੋਫਿਟ ਵਿੱਚ ਆਇਆ। ਤੇ ਇਹ ਐਪ ਨੂੰ iOS ਵਾਲੇ ਵੀ ਡਾਊਨਲੋਡ ਕਰ ਸਕਦੇ ਨੇ, ਸੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਸੋ ਇੱਕ ਵਾਰੀ ਚੈੱਕ ਜ਼ਰੂਰ ਕਰਿਓ ਤੇ ਸਾਈਨ ਅਪ ਕਰਨ ਤੇ ਤੁਹਾਨੂੰ 50 ਰੁਪਏ ਦਾ ਬੋਨਸ ਵੀ ਮਿਲ ਜਾਵੇਗਾ। ਸੋ ਬੇਸ਼ੱਕ ਇੱਕ ਛੋਟੀ ਜਿਹੀ ਇਨਵੈਸਟਮੈਂਟ ਨਾਲ ਆਪਣੀ ਕ੍ਰਿਪਟੋ ਜਰਨੀ ਸਟਾਰਟ ਕਰਕੇ ਵੇਖੋ, ਕੁਝ ਨਾ ਕੁਝ ਜ਼ਰੂਰ ਬਦਲੇਗਾ। ਬਾਜ਼ਾਰ ਵਿੱਚ ਅਸੀਂ ਪੈਸੇ ਕੁਰਬਾਨ ਕਰਕੇ ਬਸ ਤਾਂ ਜਿੱਤ ਲਿਆਉਂਦੇ ਆ। ਆਮਦਨ ਇੱਕ ਅਜਿਹਾ ਵਰਤਾਰਾ ਹੈ ਜਿਸ ਬਿਨਾਂ ਰਹਿਣਾ ਮੁਸ਼ਕਲ ਹੁੰਦਾ ਹੈ। ਵਾਸਤਵ ਵਿੱਚ ਸਾਰੇ ਰਿਸ਼ਤੇ ਪੈਸੇ ਨਾਲ ਜੁੜੇ ਨੇ, ਕੋਈ ਮੰਨੇ ਜਾਂ ਨਾ। ਮਹੱਤਵ ਪੈਸੇ ਦਾ ਹੈ, ਸੋ ਜਿਸ ਕੋਲ ਪੈਸਾ ਹੁੰਦਾ ਹੈ ਉਸ ਦਾ ਮਹੱਤਵ ਬਣ ਜਾਂਦਾ ਹੈ। ਜਿਸ ਕੋਲ ਪੈਸਾ ਨਹੀਂ ਹੁੰਦਾ, ਭਾਵੇਂ ਉਹ ਕਿੰਨੀਆਂ ਹੀ ਸਿਆਣੀਆਂ ਗੱਲਾਂ ਕਰੇ, ਕੋਈ ਨਹੀਂ ਸੁਣਦਾ। ਸੋ ਇਸ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਇੱਕ ਥਾਂ ਪੈਸੇ ਮਿਲ ਰਹੇ ਹੋਣ ਤੇ ਉਸ ਦੇ ਲਾਗੇ ਹੀ ਦੂਜੀ ਥਾਂ ਗਿਆਨ ਮਿਲ ਰਿਹਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਕਿ ਭੀੜ ਕਿੱਥੇ ਜ਼ਿਆਦਾ ਹੋਵੇਗੀ। ਸੋ ਗਿਆਨ ਦਾ ਉਦੇਸ਼ ਵੀ ਪੈਸੇ ਕਮਾਉਣਾ ਜਾਂ ਸਮਰੱਥਾ ਯੋਗਤਾ ਨੂੰ ਵਧਾਉਣਾ ਹੁੰਦਾ ਹੈ। ਸੋ ਅਸੀਂ ਪੜ੍ਹਦੇ ਹਾਂ, ਕਿਸ ਲਈ ਪੜ੍ਹਦੇ ਹਾਂ? ਕਿ ਅਸੀਂ ਕੱਲ ਨੂੰ ਨੌਕਰੀ ਲੱਗ ਸਕੀਏ ਜਾਂ ਕੋਈ ਬਿਜ਼ਨਸ ਕਰ ਸਕੀਏ ਜਾਂ ਕੁਝ ਵੀ। ਐਂਡ ਆਫ ਦਾ ਡੇ ਅਸੀਂ ਪੈਸਾ ਹੀ ਕਮਾਉਣਾ ਹੁੰਦਾ ਹੈ ਆਪਣੀ ਜ਼ਿੰਦਗੀ ਨੂੰ ਚਲਾਉਣ ਲਈ। ਸੋ ਸਾਡੀ ਸੋਚ ਨੂੰ ਅਜਿਹਾ ਕਿਉਂ ਬਣਾ ਦਿੱਤਾ ਗਿਆ ਹੈ? ਜਿਨ੍ਹਾਂ ਕੋਲ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਨਾ ਹੋਵੇ, ਉਹ ਲੋਕ ਵੀ ਪੈਸੇ ਨੂੰ ਮਾੜਾ ਕਹਿ ਰਹੇ ਹੋਣ। ਵਧੇਰੇ ਪੈਸਾ ਮਾੜਾ ਹੋ ਸਕਦਾ ਹੈ, ਪਰ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਪੈਸਾ ਮਾੜਾ ਨਹੀਂ ਹੁੰਦਾ। ਪਰ ਅੱਜ ਕੱਲ ਘਰ ਦੀਆਂ ਜ਼ਰੂਰਤਾਂ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ, ਸੋ ਇਸ ਕਰਕੇ ਸਾਨੂੰ ਜ਼ਿਆਦਾ ਪੈਸੇ ਦੀ ਲੋੜ ਹੁੰਦੀ ਹੈ। ਸੋ ਸਾਡੇ ਹਰ ਇੱਕ ਘਰਾਂ ਦੇ ਵਿੱਚ ਖਰਚਣ ਦੀਆਂ ਵਿਉਂਤਾਂ ਬਣੀਆਂ ਹੋਈਆਂ ਨੇ, ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀਆਂ ਸੂਚੀਆਂ ਬਣੀਆਂ ਹੋਈਆਂ ਨੇ, ਪਰ ਪੈਸਾ ਨਹੀਂ। ਸੋ ਹਰ ਕੋਈ ਪੈਸੇ ਨੂੰ ਉਡੀਕ ਰਿਹਾ ਹੈ, ਕਿਸੇ ਦਾ ਕਿਸੇ ਪਾਸੇ ਤੋਂ ਆਉਣਾ ਹੈ ਤੇ ਕਿਸੇ ਦਾ ਕਿਤੇ ਤੋਂ। ਸੋ ਜਦੋਂ ਸਾਡੇ ਘਰਾਂ ਵਿੱਚ ਪੈਸੇ ਕਮਾਉਣ ਦੀ ਸੂਚੀ ਜਾਂ ਵਿਉਂਤ ਬਣ ਲੱਗੇਗੀ ਤਾਂ ਆਪਣੇ ਆਪ ਸਾਡੀ ਗਰੀਬੀ ਬਹੁਤ ਹੱਦ ਤੱਕ ਦੂਰ ਹੋ ਜਾਵੇਗੀ। ਸੋ ਜੇਕਰ ਅਸੀਂ ਖਰੀਦਣ ਦੀਆਂ ਵਸਤਾਂ ਦੀਆਂ ਸੂਚੀਆਂ ਬਣਾ ਸਕਦੇ ਹਾਂ, ਖਰਚਣ ਦੀਆਂ ਵਿਉਂਤਾਂ ਬਣਾ ਸਕਦੇ ਹਾਂ, ਤਾਂ ਅਸੀਂ ਪੈਸੇ ਕਮਾਉਣ ਦੀਆਂ ਵਿਉਂਤਾਂ ਕਿਉਂ ਨਹੀਂ ਬਣਾ ਸਕਦੇ? ਜੇ ਤੁਸੀਂ ਪੈਸੇ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਅਜਨਬੀ ਕੋਲੋਂ ਪੈਸੇ ਮੰਗ ਕੇ ਵੇਖ ਲਵੋ। ਜੇ ਜਾਣ ਪਛਾਣ ਤੇ ਰਿਸ਼ਤੇਦਾਰੀਆਂ ਨਾ ਹੁੰਦੀਆਂ ਤਾਂ ਹਰ ਕਿਸੇ ਨੂੰ ਆਪਣੀ ਆਮਦਨ ਵਿੱਚ ਗੁਜ਼ਾਰਾ ਕਰਨਾ ਪੈਣਾ ਸੀ। ਤੇ ਜੇ ਅਮੀਰਜ਼ਾਦਿਆਂ ਨੂੰ ਪੈਸੇ ਦੀ ਕੀਮਤ ਪਤਾ ਹੁੰਦੀ ਤਾਂ ਉਹਨਾਂ ਦੀਆਂ ਹਵੇਲੀਆਂ ਖੰਡਰ ਨਾ ਬਣਦੀਆਂ। ਸੋ ਪੈਸਾ ਮਨੁੱਖ ਦੀ ਚਿੰਤਾ ਸੀ ਤੇ ਰਹੇਗੀ। ਤੇ ਸਮਾਜਿਕ ਪੱਖੋਂ ਪੈਸੇ ਦੇ ਕਈ ਪੜਾਅ ਹੁੰਦੇ ਨੇ। ਹਰ ਵਿਅਕਤੀ ਜਿਹੜੇ ਵੀ ਪੜਾਅ ਤੇ ਹੁੰਦਾ ਉਸ ਤੋਂ ਅਗਲੇ ਪੜਾਅ ਤੇ ਵਿਕਾਸ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਜਿਵੇਂ ਕਿ ਸਭ ਤੋਂ ਥੱਲੇ ਪੜਾਅ ਤੇ ਮੰਗਤਾ ਜਾਂ ਕੋਈ ਹੋਰ ਛੋਟੇ-ਮੋਟੇ ਕੰਮ ਵਾਲਾ, ਜਿਨ੍ਹਾਂ ਦੀ ਚਿੰਤਾ ਜਿਉਂਦੇ ਰਹਿਣ ਦੀ ਹੀ ਹੁੰਦੀ ਹੈ। ਇਹ ਬਹੁਤਾ ਦੂਜਿਆਂ ਦਾ ਦਿੱਤਾ ਹੋਇਆ ਹੀ ਖਾਂਦੇ ਤੇ ਹਟਾਉਂਦੇ ਨੇ ਤੇ ਲੋੜ ਪੈਣ ਤੇ ਮੁੱਢਲੀਆਂ ਵਸਤਾਂ ਖੋਖਿਆਂ ਜਾਂ ਰੇੜੀਆਂ ਤੋਂ ਖਰੀਦਦੇ ਨੇ। ਦੂਜੇ ਪੜਾਅ ਤੇ ਉਹ ਹੁੰਦੇ ਨੇ ਜਿਨ੍ਹਾਂ ਕੋਲ ਡੰਗ ਟਪਾਊ ਆਮਦਨ ਹੁੰਦੀ ਹੈ, ਮਤਲਬ ਜੋ ਕਮਾਇਆ ਉਹੀ ਸ਼ਾਮ ਨੂੰ ਖਾ ਲਿਆ। ਇਹ ਆਪਣੀਆਂ ਲੋੜਾਂ ਦੀਆਂ ਚੀਜ਼ਾਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਤੋਂ ਖਰੀਦਦੇ ਨੇ। ਤੀਜੇ ਪੜਾਅ ਤੇ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਕੋਲ ਖੁੱਲੀ ਆਮਦਨ ਨਹੀਂ ਹੁੰਦੀ ਪਰ ਨਿਸ਼ਚਿਤ ਤੌਰ ਤੇ ਗੁਜ਼ਾਰੇ ਜੋਗੀ ਹੁੰਦੀ ਹੈ। ਇਹ ਲੋਕ ਕੁਝ ਪੜ੍ਹੇ ਲਿਖੇ ਵੀ ਹੁੰਦੇ ਨੇ ਤੇ ਕੁਝ ਪੱਕੀ ਨੌਕਰੀ ਤੇ ਵੀ ਲੱਗੇ ਹੁੰਦੇ ਨੇ। ਚੰਗਾ ਖਾਣਾ ਪਹਿਨਣਾ ਇਹਨਾਂ ਦੀ ਇੱਛਾ ਹੁੰਦੀ ਹੈ ਤੇ ਇਹ ਆਪਣਾ ਮਕਾਨ ਉਸਾਰਨਾ ਚਾਹੁੰਦੇ ਨੇ। ਸਮਾਜਿਕ ਲੈਣ ਦੇਣ ਵੀ ਕਰਦੇ ਨੇ ਤੇ ਬੱਚਤ ਕਰਕੇ ਆਪਣਾ ਜੀਵਨ ਵੀ ਸੁਧਾਰਦੇ ਨੇ। ਤੇ ਸਮਾਜ ਵਿੱਚ ਇਹ ਵਰਗ ਸਭ ਤੋਂ ਵੱਡਾ ਹੁੰਦਾ ਹੈ ਕਿਉਂਕਿ ਇਸ ਕੋਲ ਥੋੜੇ ਪੈਸਿਆਂ ਨਾਲ ਵੀ ਚੰਗਾ ਸ਼ਾਂਤ ਸੁਖਾਵਾਂ ਜੀਵਨ ਜਿਉਣ ਦੀ ਸਮਰੱਥਾ ਹੁੰਦੀ ਹੈ। ਇਹਨਾਂ ਲੋਕਾਂ ਨੂੰ ਸਮਾਜਿਕ ਆਰਥਿਕ ਭਾਸ਼ਾ ਵਿੱਚ ਮੱਧ ਸ਼੍ਰੇਣੀ ਕਿਹਾ ਜਾਂਦਾ ਹੈ, ਮਿਡਲ ਕਲਾਸ। ਜਿਉਂ-ਜਿਉਂ ਮੱਧ ਸ਼੍ਰੇਣੀ ਸ਼ਕਤੀਸ਼ਾਲੀ ਹੁੰਦੀ ਹੈ ਤਿਉਂ-ਤਿਉਂ ਆਰਥਿਕ ਵਿਕਾਸ ਵਾਪਰਦਾ ਹੈ। ਸੋ ਕਈ ਸਰਕਾਰਾਂ ਇਹਨਾਂ ਨੂੰ ਮਿਡਲ ਕਲਾਸ ਤੱਕ ਹੀ ਰੱਖਣਾ ਚਾਹੁੰਦੀਆਂ ਨੇ। ਸੋ ਕਈ ਵਾਰ ਹਾਲਾਤਾਂ ਤੋਂ ਇਹ ਵੀ ਲੱਗਦਾ ਹੈ ਕਿ ਸ਼ਾਇਦ ਇਸ ਤੋਂ ਵੀ ਥੱਲੇ ਨਾ ਲੈ ਜਾਣ। ਸੋ ਤੁਸੀਂ ਕੋਈ ਵੀ ਕੰਟਰੀ ਦੇਖ ਲਿਓ ਜਿੱਥੇ ਮਿਡਲ ਕਲਾਸ ਸ਼ਕਤੀਸ਼ਾਲੀ ਹੋਈ ਹੈ, ਉੱਥੇ ਆਰਥਿਕ ਵਿਕਾਸ ਵਾਪਰਿਆ ਹੈ ਤੇ ਵਾਪਰਦਾ ਰਹੇਗਾ। ਸੋ ਬੇਸ਼ੱਕ ਤੁਸੀਂ ਕੋਈ ਵੀ ਕੰਟਰੀ ਦੇਖ ਸਕਦੇ ਹੋ। ਇਹ ਵਰਗ ਆਪਣੀ ਆਮਦਨ ਵਧਾਉਣ ਵਾਸਤੇ ਨਿਰੰਤਰ ਯਤਨ ਕਰਦਾ ਹੈ। ਬੱਚਤ ਕਰਨਾ ਵੀ ਇਸ ਵਰਗ ਵਿੱਚ ਬਹੁਤ ਹੁੰਦਾ ਹੈ। ਇਹ ਲੋਕ ਸ਼ਹਿਰ ਦੀ ਮੁੱਖ ਮਾਰਕੀਟ ਤੋਂ ਚੀਜ਼ਾਂ ਖਰੀਦਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਨਾਵਲਾਂ, ਫਿਲਮਾਂ, ਅਖਬਾਰਾਂ ਵਿੱਚ ਅਕਸਰ ਇਸ ਵਰਗ ਦੀਆਂ ਹੀ ਸਮੱਸਿਆਵਾਂ ਪੇਸ਼ ਹੁੰਦੀਆਂ ਨੇ।
ਚੌਥੇ ਪੜਾਅ ਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਬੱਚਤ ਨੂੰ ਹੋਰ ਪੈਸੇ ਕਮਾਉਣ ਦੇ ਕਾਰਜ ਵਿੱਚ ਲਾਉਂਦੇ ਨੇ। ਇਹ ਲੋਕ ਰੁਤਬੇ ਤੇ ਮਾਨਤਾ ਦੇ ਵਿਲਾਸੀ ਹੁੰਦੇ ਨੇ, ਵੱਡੇ ਮਕਾਨਾਂ ਵਿੱਚ ਰਹਿੰਦੇ ਨੇ, ਹਾਕਮ ਜਮਾਤ ਦੇ ਨੇੜੇ ਹੁੰਦੇ ਨੇ। ਇਹ ਹਰ ਪੱਖੋਂ ਆਪਣੇ ਆਪ ਨੂੰ ਆਮ ਸਧਾਰਨ ਲੋਕਾਂ ਨਾਲੋਂ ਵੱਖਰਾ ਦਿਖਾਉਣ ਵਿੱਚ ਰੁੱਝੇ ਰਹਿੰਦੇ ਨੇ। ਇਹ ਲੋਕ ਰਾਜਧਾਨੀਆਂ ਵਿੱਚੋਂ ਚੀਜ਼ਾਂ ਖਰੀਦਦੇ ਨੇ। ਪੰਜਵੇਂ ਪੜਾਅ ਤੇ ਕਾਰਖਾਨੇ, ਵੱਡੇ ਵਪਾਰੀ, ਠੇਕੇਦਾਰ, ਪੂੰਜੀਪਤੀਆਂ ਦਾ ਬੋਲਬਾਲਾ ਹੁੰਦਾ ਹੈ। ਇਹਨਾਂ ਕੋਲ ਪੈਸੇ ਦੀ ਥੋੜ ਨਹੀਂ ਹੁੰਦੀ, ਕਿਉਂਕਿ ਇਹਨਾਂ ਕੋਲ ਪੈਸੇ ਦੇ ਨਾਲ-ਨਾਲ ਰਾਜਸੀ ਤਾਕਤਾਂ ਵੀ ਹੁੰਦੀਆਂ ਨੇ ਤੇ ਇਹ ਪੈਸੇ ਦੇ ਸਰੋਤਾਂ ਤੇ ਹੀ ਬੈਠੇ ਹੁੰਦੇ ਨੇ। ਇਹਨਾਂ ਕੋਲ ਵਿਸ਼ਵ ਭਰ ਵਿੱਚੋਂ ਖਰੀਦੀਆਂ ਚੀਜ਼ਾਂ ਹੁੰਦੀਆਂ ਨੇ। ਤੇ ਅੱਗੇ ਗੱਲ ਕਰਦੇ ਆ ਪੈਸੇ ਦੀ ਆਪਣੀ ਵਿਆਕਰਨ ਹੁੰਦੀ ਹੈ, ਜਿਸ ਨੂੰ ਸਮਝੇ ਬਿਨਾ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜਿਵੇਂ ਭਾਸ਼ਾ ਨੂੰ ਸਿੱਖਣ ਦੇ 4 ਪੜਾਅ ਹੁੰਦੇ ਨੇ, ਸਮਝ ਸਕਣਾ, ਬੋਲ ਸਕਣਾ, ਪੜ੍ਹ ਸਕਣਾ, ਲਿਖ ਸਕਣਾ। ਇਦਾਂ ਹੀ ਪੈਸੇ ਦੇ 4 ਪੜਾਅ ਹੁੰਦੇ ਨੇ, ਕਮਾਉਣਾ, ਖਰਚਣਾ, ਬਚਾਉਣਾ ਤੇ ਲਾਉਣਾ। ਸੋ ਜਿਵੇਂ ਕਿ ਇੱਕ ਅਨਪੜ੍ਹ ਵਿਅਕਤੀ ਭਾਸ਼ਾ ਨੂੰ ਸਮਝਦਾ ਤਾਂ ਹੈ, ਬੋਲਦਾ ਵੀ ਹੈ, ਪਰ ਉਸ ਨੂੰ ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ। ਸੋ ਇਸੇ ਤਰ੍ਹਾਂ ਗਰੀਬ ਵਿਅਕਤੀ ਪੈਸਾ ਕਮਾਉਂਦਾ ਤਾਂ ਹੈ ਤੇ ਖਰਚਦਾ ਵੀ ਹੈ, ਪਰ ਉਸ ਨੂੰ ਬਚਾ ਨਹੀਂ ਪਾਉਂਦਾ। ਸੋ ਪੈਸੇ ਨੂੰ ਲਾਉਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਪੈਸਾ ਉਹ ਹੁੰਦਾ ਹੈ ਜੋ ਅਸੀਂ ਕਮਾਉਂਦੇ ਆ ਤੇ ਖਰਚ ਲੈਂਦੇ ਆ, ਤੇ ਧਨ ਉਹ ਹੁੰਦਾ ਹੈ ਜੋ ਅਸੀਂ ਇਕੱਠਾ ਕਰਿਆ ਹੁੰਦਾ ਹੈ ਬੱਚਤ ਕਰਕੇ। ਪਰ ਦੌਲਤ ਕੀ ਹੁੰਦੀ ਹੈ? ਦੌਲਤ ਉਹ ਹੁੰਦੀ ਹੈ ਜੋ ਹੋਰਾਂ ਨੂੰ ਰੋਜ਼ਗਾਰ ਦੇਵੇ। ਮਤਲਬ ਤੁਸੀਂ ਕੋਈ ਕੰਪਨੀ, ਕੋਈ ਕਾਰਖਾਨਾ ਜਾਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿਓਗੇ ਤੇ ਉਹ ਤੁਹਾਡੀ ਕਮਾਈ ਨੂੰ ਵਧਾਉਣਗੇ। ਸੋ ਉਸ ਨੂੰ ਦੌਲਤ ਕਿਹਾ ਜਾਂਦਾ। ਪਰ ਸਫਲ ਵਿਅਕਤੀ ਦੌਲਤ ਪੈਦਾ ਕਰਦੇ ਨੇ, ਦੌਲਤ ਸਫਲ ਵਿਅਕਤੀ ਪੈਦਾ ਨਹੀਂ ਕਰਦੀ। ਦੌਲਤਮੰਦ ਦੂਜਿਆਂ ਦੀ ਅਮੀਰੀ ਤੇ ਖੁਸ਼ਹਾਲੀ ਦਾ ਕਾਰਨ ਬਣਦੇ ਨੇ। ਮਿਹਨਤ, ਬੱਚਤ ਤੇ ਦੌਲਤ ਦਾ ਸੰਘਣਾ ਰਿਸ਼ਤਾ ਹੈ। ਸਫਲ ਵਿਅਕਤੀਆਂ ਕੋਲ ਸਫਲਤਾ ਦਾ ਭੇਦ ਹੁੰਦਾ ਹੈ, ਇਸੇ ਕਰਕੇ ਉਹ ਜੋ ਕਰਦੇ ਨੇ ਉਸ ਵਿੱਚ ਸਫਲ ਹੋ ਜਾਂਦੇ ਨੇ। ਸੋ ਉਹਨਾਂ ਨੂੰ ਪੈਸੇ ਦੀ ਕਦੇ ਘਾਟ ਨਹੀਂ ਆਉਂਦੀ। ਤੇ ਸਫਲਤਾ ਦਾ ਭੇਤ ਇਹ ਆ ਕਿ ਖੇਤਰ ਕੋਈ ਵੀ ਹੋਵੇ, ਮਤਲਬ ਕੰਮ ਤੁਹਾਡਾ ਕੋਈ ਵੀ ਹੋਵੇ, ਰੁਤਬਾ ਕੋਈ ਵੀ ਹੋਵੇ, ਪਰ ਸਭ ਤੋਂ ਚੰਗਿਆਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਪੈਸੇ ਮੀਂਹ ਵਾਂਗ ਵਰਸਣਗੇ। ਚੰਗਿਆਂ ਵਿੱਚੋਂ ਇੱਕ ਹੋਣ ਕਰਕੇ ਤੁਹਾਡਾ ਸਭ ਕੁਝ ਚੰਗਾ ਹੋਵੇਗਾ। ਸਾਰੇ ਲੋਕ ਚੰਗੇ ਡਾਕਟਰ, ਚੰਗੇ ਮਕੈਨਿਕ, ਚੰਗੇ ਦਰਜੀ, ਚੰਗੇ ਦੁਕਾਨਦਾਰ, ਚੰਗੇ ਅਧਿਆਪਕ, ਚੰਗੇ ਵਕੀਲ ਤੇ ਚੰਗੇ ਕੈਫੇ ਵਿੱਚ ਹੀ ਜਾਂਦੇ ਨੇ, ਕਿਉਂਕਿ ਚੰਗੀਆਂ ਦੁਕਾਨਾਂ ਤੇ ਚੰਗੀਆਂ ਕੰਪਨੀਆਂ ਦੀਆਂ ਚੰਗੀਆਂ ਚੀਜ਼ਾਂ ਲੋਕ ਲਾਈਨਾਂ ਵਿੱਚ ਖਲੋ ਕੇ ਲੈਂਦੇ ਨੇ। ਸੋ ਅਸੀਂ ਪੈਸੇ ਤੋਂ ਲਾਭ ਤਾਂ ਉਠਾਉਣਾ ਚਾਹੁੰਦੇ ਆ, ਪਰ ਅਸੀਂ ਪੈਸੇ ਦੀ ਕਦਰ ਕਰਨੀ ਨਹੀਂ ਜਾਣਦੇ। ਸੋ ਕੁਝ ਲੋਕ ਚੰਗੇ ਬਣਨ ਦੇ ਅਵਸਰ ਨੂੰ ਭੈੜੇ ਬਣਨ ਵਿੱਚ ਰੋਲ ਰਹੇ ਹੁੰਦੇ ਨੇ। ਇਹ ਲੋਕ ਮਿਹਨਤੀ ਵਿਅਕਤੀ ਬਾਰੇ ਕਹਿਣਗੇ, ਇਹ ਅਮੀਰ ਕਿਵੇਂ ਬਣ ਗਿਆ, ਇਸ ਦੀ ਮਾਂ ਤਾਂ ਸਾਡੇ ਘਰੋਂ ਲੱਸੀ ਲੈ ਕੇ ਜਾਇਆ ਕਰਦੀ ਸੀ। ਸੋ ਇਦਾਂ ਦੇ ਬਹੁਤ ਸਾਰੇ ਸ਼ਬਦ ਨੇ, ਪਰ ਅਸਲੀਅਤ ਇਹ ਹੈ ਕਿ ਗੁਲਾਮਾਂ ਵਿੱਚ ਕਿਸੇ ਗੁਲਾਮ ਨੂੰ ਸੁਤੰਤਰ ਵੇਖਣ ਦੀ ਹਿੰਮਤ ਨਹੀਂ ਹੁੰਦੀ। ਸੋ ਜਿਹੜਾ ਬੰਦਾ ਇਹ ਚੀਜ਼ਾਂ ਤੋਂ ਦੂਰ ਹੋ ਕੇ ਆਪਣੇ ਫੋਕਸ ਤੇ ਲੱਗਿਆ ਰਹਿੰਦਾ ਹੈ, ਉਸ ਨੂੰ ਸਫਲਤਾ ਬਹੁਤ ਜਲਦ ਮਿਲ ਜਾਂਦੀ ਹੈ। ਸੋ ਜੇਕਰ ਤੁਸੀਂ ਕਿਸੇ ਨੂੰ ਦਿੱਤੀਆਂ ਚੀਜ਼ਾਂ ਤੇ ਨਾ ਸ਼ੁਕਰੇ ਹੋ ਰਹੇ ਹੋ, ਤਾਂ ਰੱਬ ਵੀ ਸੋਚਦਾ ਕਿ ਇਸ ਨੂੰ ਤਾਂ ਮੈਂ ਦੇ ਰਿਹਾ, ਇਹ ਬੰਦੇ ਨੂੰ ਮੇਰਾ ਦਿੱਤਾ ਚੰਗਾ ਨਹੀਂ ਲੱਗ ਰਿਹਾ। ਆਮ ਕਿਹਾ ਜਾਂਦਾ ਹੈ ਕਿ ਜਿੱਥੇ ਧਨ ਹੈ ਉੱਥੇ ਕਲੇਸ਼ ਹੈ, ਪਰ ਕਲੇਸ਼ ਧਨ ਕਾਰਨ ਨਹੀਂ ਹੁੰਦਾ, ਬਿਨਾਂ ਕਮਾਏ ਧਨ ਨੂੰ ਹਥਿਆਉਣ ਕਾਰਨ ਹੁੰਦਾ ਹੈ। ਸੋ ਸਾਡੇ ਚਰਿੱਤਰ ਦਾ ਨਿਰਮਾਣ ਇਮਾਨਦਾਰੀ ਦੀ ਕਮਾਈ ਕਰਦੀ ਹੈ। ਇਸੇ ਕਰਕੇ ਜਿਨ੍ਹਾਂ ਦੀਆਂ ਵੱਡੀਆਂ ਲਾਟਰੀਆਂ ਨਿਕਲਦੀਆਂ ਨੇ ਉਹਨਾਂ ਦੀ ਮਗਰੋਂ ਚਰਚਾ ਨਹੀਂ ਹੁੰਦੀ। ਸੋ ਧੋਖੇ ਨਾਲ ਕਮਾਈ ਅਮੀਰੀ ਦੀ ਬੁਨਿਆਦ ਵਿੱਚ ਦੁੱਖ ਤੇ ਅਨਿਆਏ ਹੁੰਦਾ ਹੈ। ਸੋ ਇਸੇ ਕਰਕੇ ਸਮਗਲਰਾਂ ਤੇ ਚੋਰਾਂ ਨੂੰ ਜੀਵਨ ਦੀ ਤਸੱਲੀ ਨਹੀਂ ਹੁੰਦੀ। ਤੇ ਜਦੋਂ ਪੈਸਾ ਹੋ ਜਾਵੇ ਤਾਂ ਕਦੇ-ਕਦੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੇਰੇ ਕੋਲ ਉਹ ਚੀਜ਼ਾਂ ਵੀ ਨੇ ਜਿਨ੍ਹਾਂ ਨੂੰ ਪੈਸਾ ਨਹੀਂ ਖਰੀਦ ਸਕਦਾ। ਪੈਸਾ ਸਭ ਕੁਝ ਖਰੀਦ ਸਕਦਾ ਹੈ, ਪਰ ਪੈਸਾ ਜੀਵਨ ਦੀ ਤਸੱਲੀ, ਤੰਦਰੁਸਤੀ, ਮਨ ਦੀ ਸ਼ਾਂਤੀ, ਚੰਗੀ ਨੀਂਦਰ, ਸੱਚੀ ਦੋਸਤੀ, ਵਫਾਦਾਰੀ, ਪ੍ਰਸੰਨਤਾ, ਹਮਦਰਦੀ, ਚੰਗਾ ਹਾਜ਼ਮਾ, ਸੱਚੀ ਪ੍ਰਸ਼ੰਸਾ ਤੇ ਹੋਰ ਬਹੁਤ ਕੁਝ ਨਹੀਂ ਵੀ ਖਰੀਦ ਸਕਦਾ। ਸੋ ਇਹ ਤਜਰਬਾ ਦੱਸਦਾ ਕਿ ਆਪਣੀ ਮਿਹਨਤ ਨਾਲ ਕਮਾਏ ਪੈਸੇ ਸਭ ਤੋਂ ਵੱਧ ਬਰਕਤ ਵਾਲੇ ਹੁੰਦੇ ਨੇ, ਕਿਉਂਕਿ ਮਿਹਨਤ ਕਰਦਿਆਂ ਸਾਡਾ ਸਰਬਪੱਖੀ ਵਿਕਾਸ ਵੀ ਵਾਪਰਦਾ ਹੈ। ਵਿਰਸੇ ਵਿੱਚ ਮਿਲੇ ਪੈਸੇ ਫਜ਼ੂਲ ਚੀਜ਼ਾਂ ਤੇ ਖਰਚ ਹੋ ਹੀ ਜਾਂਦੇ ਨੇ। ਦੋਸਤ ਜਾਂ ਭਰਾ ਤੋਂ ਹਥਿਆਏ ਜਾਂ ਕਿਸੇ ਦਾ ਹੱਕ ਮਾਰ ਕੇ ਲਏ ਪੈਸੇ ਨੁਕਸਾਨ ਕਰਦੇ ਨੇ, ਤੇ ਕਿਸੇ ਇਸਤਰੀ ਤੋਂ ਧੋਖੇ ਨਾਲ ਲਏ ਪੈਸੇ ਕਦੇ ਵੀ ਸੁੱਖ ਨਹੀਂ ਦੇਣਗੇ। ਸੋ ਕੁੱਲ ਮਿਲਾ ਕੇ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਪੈਸਾ ਸਾਧਨ ਹੈ ਉਦੇਸ਼ ਪੂਰਤੀ ਦਾ, ਪਰ ਅਸੀਂ ਉਸ ਤੱਕ ਵੀ ਨਹੀਂ ਪਹੁੰਚਦੇ, ਅਸੀਂ ਉਸ ਨੂੰ ਹੀ ਮਾੜਾ ਕਹੀ ਜਾਂਦੇ ਆ। ਤੇ ਇਸਤਰੀਆਂ ਕੋਲ ਬੱਚਤ ਕਰਨ ਦੀ ਸੁਭਾਵਿਕ ਆਦਤ ਹੁੰਦੀ ਹੈ ਤੇ ਉਹਨਾਂ ਕੋਲ ਪੈਸੇ ਵੀ ਹੁੰਦੇ ਨੇ, ਪਰਿਵਾਰਿਕ ਸੁੱਖ ਦੀ ਅਮੀਰੀ, ਖੁਸ਼ਹਾਲੀ ਵੀ ਹੁੰਦੀ ਹੈ ਤੇ ਬੱਚਿਆਂ ਦੇ ਰੂਪ ਵਿੱਚ ਹੀਰੇ ਜਵਰਾਤ ਵੀ ਹੁੰਦੇ ਨੇ। ਸੋ ਸਾਨੂੰ ਜਿਹਾ ਕਿਉਂ ਬਣਾ ਦਿੱਤਾ ਗਿਆ ਕਿ ਬੰਦੇ ਦੀ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਨਿਕਲ ਰਹੀ ਹੁੰਦੀ ਹੈ ਤੇ ਉਹ ਕਹਿ ਰਿਹਾ ਹੁੰਦਾ ਹੈ ਕਿ ਬਸ ਜੋ ਕਿਸਮਤ ਵਿੱਚ ਹੈ ਉਸ ਵਿੱਚ ਹੀ ਨਜ਼ਾਰੇ ਨੇ।
ਪਰ ਅਜਿਹਾ ਸਾਨੂੰ ਬਣਾਇਆ ਗਿਆ ਹੈ। ਸੋ ਸਾਨੂੰ ਇਹ ਦੁਨੀਆ ਵਿੱਚ ਇੱਕ ਹੀ ਜ਼ਿੰਦਗੀ ਮਿਲੀ ਹੈ, ਜੇਕਰ ਅਸੀਂ ਉਹ ਵੀ ਇਨਸਾਨ ਦੀ ਜੂਨੀ ਵਿੱਚ ਰਹਿ ਕੇ ਇਸ ਤਰ੍ਹਾਂ ਹੀ ਕੱਢ ਦਿੱਤੀ ਤਾਂ ਉਸ ਦਾ ਕੀ ਫਾਇਦਾ ਹੈ। ਸੋ ਉਸ ਨੂੰ ਵਧੀਆ ਜਿਉਣ ਲਈ ਸਾਨੂੰ ਕੰਮ ਕਰਨਾ ਹੀ ਪਵੇਗਾ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ। ਸੋ ਇਹ ਸਭ ਤੋਂ ਸੌਖਾ ਤਰੀਕਾ ਹੈ ਕੰਮ ਤੋਂ ਬਚਣ ਲਈ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੋ ਕੇ ਰਹਿਣਾ ਹੈ। ਸੋ ਇੱਥੇ ਬਹੁਤ ਲੱਖਾਂ ਕਰੋੜਾਂ ਰੁਪਏ ਵਾਲੇ ਪੈਸੇ ਦੀ ਗੱਲ ਨਹੀਂ ਹੋ ਰਹੀ, ਇੱਥੇ ਉਹ ਪੈਸੇ ਦੀ ਗੱਲ ਹੋ ਰਹੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਰ ਸਕੇ। ਸੋ ਪੈਸੇ ਲਈ ਪਾਗਲ ਹੋਣ ਦੀ ਲੋੜ ਨਹੀਂ, ਪਰ ਪੈਸੇ ਪ੍ਰਤੀ ਲਾਪਰਵਾਹ ਹੋਣਾ ਵੀ ਯੋਗ ਨਹੀਂ, ਕਿਉਂਕਿ ਪਿਆਰ ਤੇ ਪੈਸਾ ਜ਼ਿੰਦਗੀ ਦੀਆਂ ਮੁੱਢਲੀਆਂ ਤਾਂਘਾਂ ਨੇ। ਇਹ ਮਨੁੱਖ ਦੀਆਂ ਬੁਨਿਆਦੀ ਭੁੱਖਾਂ ਬਣ ਚੁੱਕੀਆਂ ਨੇ ਤੇ ਅਸੀਂ ਹਰ ਰੋਜ਼ ਇੱਕੋ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਤੇ ਗੁਰੂ ਘਰੇ ਮੱਥਾ ਟੇਕ ਕੇ ਅਸੈਪਟ ਬਹੁਤ ਵੱਡਾ ਕਰ ਰਹੇ ਹਾਂ ਕਿ ਕੋਈ ਚਮਤਕਾਰ ਹੋ ਜਾਵੇ। ਸੋ ਇਦਾਂ ਕੋਈ ਚਮਤਕਾਰ ਨਹੀਂ ਹੁੰਦਾ, ਪੈਸਾ ਕਮਾਉਣ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ। ਸੋ ਇਹ ਵੀਡੀਓ ਵਿੱਚ ਤੁਹਾਨੂੰ ਪੈਸੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਸਾਨੂੰ ਸਟੱਡੀ ਵਿੱਚ ਨਹੀਂ ਦੱਸੀਆਂ ਜਾਂਦੀਆਂ। ਸੋ ਇਸੇ ਕਰਕੇ ਬਹੁਤ ਸਾਰੇ ਲੋਕ ਪੈਸਾ ਕਮਾ ਨਹੀਂ ਪਾਉਂਦੇ ਤੇ ਜਿਹੜੇ ਕਮਾ ਲੈਂਦੇ ਨੇ ਉਹ ਬਚਾ ਨਹੀਂ ਪਾਉਂਦੇ ਤੇ ਜੋ ਬਚਾ ਲੈਂਦੇ ਨੇ ਉਸ ਨੂੰ ਅੱਗੇ ਕੰਮ ਤੇ ਲਾ ਨਹੀਂ ਪਾਉਂਦੇ। ਤੇ ਇਹ ਐਪ ਨੂੰ iOS ਵਾਲੇ ਵੀ ਡਾਊਨਲੋਡ ਕਰ ਸਕਦੇ ਨੇ। ਸੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ, ਸੋ ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।